ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ FYI ਮੀਡੀਆ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਇਸ ਪੈਂਡੈਮਿਕ ਦੇ ਚੱਲਦਿਆਂ BC ਇੱਕ ਐਗਜ਼ਾਮਪਲ ਬਣਿਆ ਹੋਇਆ ਸੀ ਪੂਰੇ ਕੈਨੇਡਾ ਦੇ ਵਿੱਚ ਕਿ BC ਦੇ ਵਿੱਚ ਘੱਟ ਕੇਸ ਆ ਰਹੇ ਨੇ। ਸਾਡੀ ਪਿੱਠ ਦੇ ਉੱਤੇ ਸ਼ਾਬਾਸ਼ੀ ਮਿਲ ਰਹੀ ਸੀ ਸਾਨੂੰ ਸ਼ੁਰੂ ਤੋਂ ਹੀ ਕਿ ਅਸੀਂ ਬੜੀ ਸੂਝ-ਬੂਝ ਦੇ ਨਾਲ, ਬੜੀ ਸਮਝਦਾਰੀ ਦੇ ਨਾਲ ਜਿਹੜੇ ਵੱਧ ਰਹੇ ਕੇਸ ਸੀ ਉਹਨਾਂ ਨੂੰ ਸੰਭਾਲਿਆ। ਜਿਹੜੀ ਪੀਕ, ਜਿਹੜੀ ਕਰਵ ਬਣ ਗਈ ਸੀ, ਉਹਨੂੰ ਹੌਲੀ-ਹੌਲੀ ਅਸੀਂ ਫਲੈਟ ਕੀਤਾ ਸੀ। ਪਰ ਹੁਣ ਹਾਲ ਹੀ ਦੇ ਦਿਨਾਂ ਦੇ ਵਿੱਚ ਜਦੋਂ ਕੇਸ ਆਇਆ ਤਾਂ ਦੇਖ ਕੇ ਪਤਾ ਲੱਗ ਰਿਹਾ ਹੈ ਕਿ ਅਸੀਂ ਹੁਣ ਉਹ ਐਗਜ਼ਾਮਪਲ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਹੈਗੇ ਆ। ਹੁਣ ਜਿਹੜੇ ਕੇਸ ਨੇ ਉਹ ਲਗਾਤਾਰ ਵੱਧ ਰਹੇ ਨੇ। ਹੁਣ ਉਹ ਗੱਲਾਂ ਨਹੀਂ ਰਹੀਆਂ ਜੋ ਪਿਛਲੇ ਮਹੀਨਿਆਂ ਦੇ ਵਿੱਚ ਸੀਗੀਆਂ। ਕੀ ਹੁਣ ਦੁਬਾਰਾ ਪੈਂਡੈਮਿਕ ਸਾਨੂੰ ਦੇਖਣ ਨੂੰ ਮਿਲੇਗਾ? ਕੀ ਹੁਣ ਪੀਕ ਦੁਬਾਰਾ ਆਵੇਗੀ? ਕਿਸ ਤਰ੍ਹਾਂ ਹੋਵੇਗੀ? BC ਸਰਕਾਰ ਕਿਸ ਤਰ੍ਹਾਂ ਸੰਭਾਲੇਗੀ? ਕਿਸ ਤਰ੍ਹਾਂ ਦੇ ਫੈਸਲੇ ਲਏ ਜਾ ਰਹੇ ਨੇ? ਹਾਲ ਹੀ ਦੇ ਵਿੱਚ ਜਿਹੜੀ COVID-19 ਨੂੰ ਲੈ ਕੇ ਮਾਡਲਿੰਗ ਪੇਸ਼ ਕੀਤੀ ਗਈ ਹੈ ਸਿਹਤ ਅਧਿਕਾਰੀਆਂ ਦੁਆਰਾ, ਕੀ ਹੈ ਉਹ ਮਾਡਲਿੰਗ ਤੇ ਨਾਲ BC ਸਰਕਾਰ ਕੀ ਕੁਝ ਕਰ ਰਹੀ ਹੈ? ਇਸ ਬਾਰੇ ਜਾਣਕਾਰੀ ਦੇਣ ਦੇ ਲਈ ਅੱਜ ਵਰਚੁਅਲੀ ਮੇਰੇ ਨਾਲ ਜੁੜੇ ਹੋਏ ਨੇ ਜਗਰੂਪ ਬਰਾੜ, MLA ਜਗਰੂਪ ਬਰਾੜ ਨੇ। ਆਓ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮਿਸਟਰ ਬਰਾੜ, ਸਵਾਗਤ ਹੈ ਤੁਹਾਡਾ। ਅਰਸ਼ੀ, ਤੁਹਾਡਾ ਤੇ ਤੁਹਾਡੀ ਟੀਮ ਦਾ ਬਹੁਤ-ਬਹੁਤ ਮਿਹਰਬਾਨੀ ਮੈਨੂੰ ਮੌਕਾ ਦੇਣ ਵਾਸਤੇ। ਸ਼ੁਕਰੀਆ। ਮਿਸਟਰ ਬਰਾੜ, ਜਦੋਂ ਮੈਂ ਗੱਲ ਕੀਤੀ ਹੈ ਕਿ ਉਹ ਗੱਲਾਂ ਨਹੀਂ ਰਹੀਆਂ ਹੁਣ ਕਿਉਂਕਿ ਕੇਸ ਜਿਹੜੇ ਨੇ ਉਹ ਵੱਧ ਰਹੇ ਨੇ, ਖਾਸ ਕਰਕੇ ਜੇ ਅਸੀਂ ਫਰੇਜ਼ਰ ਹੈਲਥ ਰੀਜ਼ਨ ਦੀ ਗੱਲ ਕਰੀਏ ਤੇ ਵੈਨਕੂਵਰ ਕੋਸਟਲ ਹੈਲਥ ਦੀ ਗੱਲ ਕਰੀਏ, ਜ਼ਿਆਦਾ ਕੇਸ ਇੱਥੇ ਜਿਹੜੇ ਉਹ ਪਾਏ ਜਾ ਰਹੇ ਨੇ। ਇੰਟੀਰੀਅਰ ਦੇ ਵਿੱਚ ਵੀ ਹੁਣ ਸਾਨੂੰ ਕੇਸ ਦੇਖਣ ਨੂੰ ਮਿਲ ਰਹੇ ਨੇ। ਜੇਲ੍ਹ ਦੇ ਵਿੱਚ ਜਿਹੜੇ ਆਏ ਹੈਗੇ ਨੇ ਕੇਸ, ਜਿਹੜੇ ਕਰੈਕਸ਼ਨਲ ਸੈਂਟਰ ਦੇ ਵਿੱਚ ਆਏ ਨੇ, ਸੋ ਬਹੁਤ ਕੇਸ ਜਿਹੜੇ ਵੱਧ ਰਹੇ ਹੈਗੇ ਨੇ। ਅਸੀਂ ਵਰੀਡ ਹੈਗੇ ਆ। ਤੁਸੀਂ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ? ਸਰਕਾਰ ਕਿਸ ਤਰ੍ਹਾਂ ਦੇਖਦੀ ਹੈ ਇਹ ਨੰਬਰ ਜਿਹੜੇ ਵੱਧ ਰਹੇ ਨੇ? ਜੀ ਬਿਲਕੁਲ, ਗੱਲ ਤੁਹਾਡੀ ਠੀਕ ਹੈ ਕਿ ਜਿਹੜਾ ਖਾਸ ਕਰਕੇ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕੇਸ ਨੇ ਉਹਨਾਂ ਦੇ ਵਿੱਚ ਬਹੁਤ ਵੱਡਾ ਵਾਧਾ ਹੋਇਆ। ਉਹਦੇ ਵਿੱਚ ਜਿਹੜਾ ਮੁੱਖ ਕਾਰਨ ਦੱਸਿਆ ਗਿਆ, ਇੱਕ ਤਾਂ ਜਿਹੜੀਆਂ ਪ੍ਰਾਈਵੇਟ ਪਾਰਟੀਜ਼ ਹੋ ਰਹੀਆਂ, ਚਾਹੇ ਉਹ ਨਾਈਟ ਕਲੱਬ ਦੇ ਵਿੱਚ ਹੋਣ ਜਾਂ ਬੈਂਕਟ ਹਾਲ ਦੇ ਵਿੱਚ ਹੋਣ ਜਾਂ ਈਵਨ ਪਬਲਿਕ ਪਲੇਸ ਤੇ ਹੋਣ, ਉਹਦੇ ਵਿੱਚ ਲੋਕਾਂ ਦਾ ਜਿਹੜਾ ਥੋੜਾ ਅਣਗਹਿਲੀਆਂ ਕਰਨਾ, ਔਰ ਉਹਦੇ ਵਿਸ਼ੇਸ਼ ਤੌਰ ਦੇ ਉੱਤੇ ਜਿਹੜੇ ਨੌਜਵਾਨ ਨੇ ਨੌਜਵਾਨਾਂ ਨੇ ਜਿਹੜੀ ਉਹਨਾਂ ਦੀ ਅਣਗਹਿਲੀ ਆ ਉਹ ਬਹੁਤ ਵੱਡੀ ਆ। ਉਹਦਾ ਇੱਕ ਮੁੱਖ ਕਾਰਨ ਹੈਗਾ ਕਿ ਜਿਹੜੇ ਕੇਸਾਂ ਦੀ ਗਿਣਤੀ ਬਹੁਤ ਵੱਡੀ ਉੱਪਰ ਨੂੰ ਗਈ ਹੈ। ਜਿਵੇਂ ਤੁਸੀਂ ਕਿਹਾ ਗੱਲ ਕਿ ਪਿਛਲੇ 3 ਦਿਨਾਂ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਕਰੀਬ 209 ਜਿਹੜੇ ਕੇਸ ਨੇ ਉਹ BC ਦੇ ਵਿੱਚ ਆਏ ਨੇ। ਤੇ ਇਹਦੇ ਵਿੱਚੋਂ ਜਿਹੜਾ ਵਿਚਾਲੜਾ ਦਿਨ ਸੀਗਾ ਉਹਦੇ ਵਿੱਚ 85 ਕੇਸ ਇੱਕ ਦਿਨ ਵਿੱਚ ਆਏ ਨੇ, ਜਿਹੜੇ ਕਿ ਸ਼ੁਰੂ ਤੋਂ ਲੈ ਕੇ ਅੱਜ ਤੱਕ ਜਿਹੜਾ ਹੈਗਾ ਉਹ ਥਰਡ ਹਾਈਐਸਟ ਨੰਬਰ ਜਿਹੜਾ ਹੈਗਾ BC ਦੇ ਵਿੱਚ ਹੈਗਾ। ਇਹ ਇੱਕ ਚਿੰਤਾਜਨਕ ਗੱਲ ਹੈ ਜੀ ਸਾਡੇ BC ਦੇ ਲੋਕਾਂ ਦੀ ਹੈਲਥ ਵਾਸਤੇ ਔਰ BC ਦੀ ਇਕਨੋਮੀ ਵਾਸਤੇ ਬਿਲਕੁਲ ਚਿੰਤਾਜਨਕ ਗੱਲ ਹੈਗੀ ਆ। ਔਰ ਸੂਬਾ ਸਰਕਾਰ ਜਿਹੜੀ ਹੈਗੀ ਇਸ ਦੇ ਉੱਤੇ ਲਗਾਤਾਰ ਨਿਗਰਾਨੀ ਰੱਖ ਕੇ ਉਹਦੇ ਵਿੱਚ ਜਿਹੜਾ ਉਹ ਐਕਸ਼ਨ ਹੈ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਜੇ ਲੋੜ ਪਈ ਤਾਂ ਉਹਦੇ ਮੁਤਾਬਕ ਉਹ ਐਕਸ਼ਨ ਲਏ ਜਾਣਗੇ। ਪਰ ਇਹਦੇ 'ਚ ਨੌਜਵਾਨਾਂ ਦੀ ਜਿਹੜੀ ਗਿਣਤੀ ਹੈ ਜੀ ਉਹ ਬਹੁਤ ਜ਼ਿਆਦਾ ਵੱਡੀ ਹੈ ਜਿਹੜੀ ਇਹਦੇ ਵਿੱਚ ਆਈ ਹੈ, ਜਿਹੜੀ ਸ਼ਾਇਦ ਇਹ ਮਹਿਸੂਸ ਕਰਦੀ ਹੈ ਕਿ ਸਾਨੂੰ ਇਹਦਾ ਕੋਈ ਜਿਹੜਾ ਹੈਗਾ ਬਹੁਤਾ ਵੱਡਾ ਖਤਰਾ ਨਹੀਂ। ਬਿਲਕੁਲ ਸੱਚ ਹੈ ਇਹ ਗੱਲ ਕਿ ਨੌਜਵਾਨਾਂ ਦੇ ਵਿੱਚ ਜਿਹੜਾ COVID-19 ਦਾ ਜਿਹੜਾ ਹੈਗਾ ਉਹ ਇੰਨਾ ਵੱਡਾ ਖਤਰਾ ਨਹੀਂ ਗਾ। ਪਰ ਉਹ ਘਰੇ ਜਾਂਦੇ ਆ, ਘਰੇ ਉਹਨਾਂ ਦੇ ਵਿੱਚ ਬਜ਼ੁਰਗ ਨੇਗੇ ਜਾਂ ਉਹਨਾਂ ਦੇ ਦਾਦਾ ਦਾਦੀ ਬੈਠੇ ਆ, ਉਹਨਾਂ ਨੂੰ ਦੇ ਸਕਦੇ ਆ ਔਰ ਉਹਨਾਂ ਦੀ ਜਾਨ ਜਿਹੜੀ ਹੈਗੀ ਆ ਉਹ ਖਤਰੇ ਦੇ ਵਿੱਚ ਪਾ ਸਕਦੇ ਆ। ਇਸ ਕਰਕੇ ਕੱਲ ਸਾਡੇ ਜਿਹੜੇ ਹੈਲਥ ਮਿਨਿਸਟਰ ਨੇ ਆਨਰੇਬਲ ਏਡਰੀਅਨ ਡਿਕਸ, ਉਹਨਾਂ ਨੇ ਜਿਹੜੀ ਤਾੜਨਾ ਕੀਤੀ ਹੈ ਕਿ ਅਸੀਂ ਇਹ ਪਾਰਟੀਆਂ ਤੇ ਨਿਗਰਾਨੀ ਰੱਖਾਂਗੇ। ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਕੋਈ ਐਕਸ਼ਨ ਲੈਣਾ ਪਿਆ ਤਾਂ ਉਹ ਐਕਸ਼ਨ ਵੀ ਅਸੀਂ ਲਵਾਂਗੇ। ਪਾਰਟੀਆਂ ਦੇ ਕਰਕੇ RCMP ਦੇ ਜਿਹੜੇ ਹੈਗੇ ਨੇ, RCMP ਦੇ ਆਫੀਸਰ, ਉਹਨਾਂ ਨੂੰ ਵੀ ਕਰੋਨਾ ਹੋਇਆ ਹੈਗਾ ਆ। 3 ਆਫੀਸਰਸ ਜਿਹੜੇ ਆ ਉਹਨਾਂ ਨੂੰ ਵੀ ਕਰੋਨਾ ਹੋਇਆ। ਸੋ ਇਹ ਹੈ ਕਿ ਜਿਹੜੇ ਨੌਜਵਾਨ ਨੇ ਉਹ ਪਾਰਟੀਆਂ ਕਰਕੇ ਆਪਣੀ ਜਾਨ ਤੇ ਨਾਲ ਦੂਜਿਆਂ ਦੀ ਜਾਨ ਵੀ ਰਿਸਕ ਵਿੱਚ ਪਾ ਰਹੇ ਹੈਗੇ ਨੇ, ਚਾਹੇ ਉਹਨਾਂ ਦੇ ਘਰ ਦੇ ਮੈਂਬਰ ਹੈਗੇ ਨੇ, ਚਾਹੇ ਉਹ ਬਾਹਰ ਦੇ ਮੈਂਬਰ ਹੈਗੇ ਨੇ, ਕਿਉਂਕਿ ਜਿਹੜੀਆਂ ਰਿਸਟ੍ਰਿਕਸ਼ਨਸ ਹੈਗੀਆਂ ਨੇ ਉਹ ਹਜੇ ਵੀ ਲਾਗੂ ਹੈਗੀਆਂ ਨੇ, ਰਿਸਟ੍ਰਿਕਸ਼ਨਸ ਹਜੇ ਵੀ ਲੱਗ ਰਹੀਆਂ ਨੇ। ਮਾਡਲਿੰਗ ਜਿਹੜੀ ਪੇਸ਼ ਕੀਤੀ ਗਈ ਹੈ ਡਾਕਟਰ ਬੋਨੀ ਹੈਨਰੀ ਦੇ ਦੁਆਰਾ, ਉਹਨਾਂ ਦੇ ਵਿੱਚ ਕਿਹਾ ਗਿਆ ਕਿ ਸ਼ਾਇਦ ਸਾਨੂੰ ਦੂਜੀ ਵੇਵ ਜਿਹੜੀ ਆ ਉਹ ਦੇਖਣ ਨੂੰ ਮਿਲ ਸਕਦੀ ਹੈ। ਤੁਹਾਨੂੰ ਕੀ ਲੱਗਦਾ ਕਿ ਦੂਜੀ ਵੇਵ ਆ ਸਕਦੀ ਹੈ ਅਗਲੇ ਆਉਣ ਵਾਲੇ ਟਾਈਮ ਦੇ ਵਿੱਚ? ਜੀ ਦੂਜੀ ਵੇਵ, ਉਹਨਾਂ ਨੇ ਹਮੇਸ਼ਾ ਹੀ ਇਹ ਗੱਲ ਕਹੀ ਹੈ ਕਿ ਦੂਜੀ ਵੇਵ, ਅੱਜ ਤੱਕ ਜਿੰਨੇ ਵੀ ਜਿਹੜੇ ਇਸ ਤਰ੍ਹਾਂ ਦੇ ਪੈਂਡੈਮਿਕ ਆਏ ਨੇ ਉਹ ਧਰਤੀ ਦੇ ਉੱਤੇ ਉਹਦੀ ਹਿਸਟਰੀ ਹੈਗੀ, ਉਹਦੀ ਦੂਜੀ ਵੇਵ ਜ਼ਰੂਰ ਆਉਂਦੀ ਹੈ। ਲੇਕਿਨ ਉਹ ਕਿੰਨੀ ਵੱਡੀ ਹੈ ਕਿੰਨੀ ਛੋਟੀ ਹੈ, ਇਹ ਵੱਖਰੀਆਂ ਜਿਹੜੀਆਂ ਵਾਇਰਸ ਆਈਆਂ ਨੇ ਉਹਦੀ ਵੱਖਰੀ ਹੁੰਦੀ ਹੈ। ਸੋ ਇਸ ਕਰਕੇ ਦੂਜੀ ਵੇਵ ਬਿਲਕੁਲ ਆਉਣੀ ਹੈ। ਪਰ ਜੋ ਅੱਜ ਨੰਬਰ ਵੱਧ ਰਹੇ ਇਹ ਦੂਜੀ ਵੇਵ ਨਹੀਂ ਹੈ। ਦੂਜੀ ਵੇਵ ਦੀ ਸੰਭਾਵਨਾ ਥੋੜਾ ਲੇਟਰ ਹੈਗੀ ਆ ਔਰ ਉਹ ਕਿੰਨੀ ਵੱਡੀ ਹੋਏਗੀ ਔਰ ਕਿੰਨੀ ਖਤਰਨਾਕ ਹੋਏਗੀ ਉਹ ਟਾਈਮ ਦੱਸੇਗਾ। ਦੂਜੀ ਵੇਵ ਉਹਨਾਂ ਨੇ ਬਿਲਕੁਲ ਕਿਹਾ ਜਿਹੜੀ ਦੂਜੀ ਵੇਵ ਜਿਹੜੀ ਵਾਇਰਸ ਦੇ ਉਹ ਆ ਸਕਦੀ ਹੈ। ਪਰ ਮੈਂ ਇਹਦੇ 'ਚ ਇਹ ਵੀ ਦੱਸਣਾ ਚਾਹੁੰਦਾ, ਜਿਹੜੀ ਉਹਨਾਂ ਨੇ ਮਾਡਲਿੰਗ ਕੀਤੀ ਹੈ ਉਹਦੇ ਵਿੱਚ 6 ਅਗਸਤ ਤੱਕ ਦੇ ਨੰਬਰ ਦਿੱਤੇ ਗਏ ਆ। 3881 ਕੇਸ ਉਦੋਂ ਤੱਕ ਸੀਗੇ। ਉਹਦੇ ਵਿੱਚੋਂ ਜਿਹੜਾ ਦੱਸਿਆ ਉਹਨਾਂ ਨੇ, ਜਿਹੜੀ ਇੰਟਰਸਟਿੰਗ ਇਨਫੋਰਮੇਸ਼ਨ ਇਹ ਹੈਗੀ ਕਿ 52% ਉਹਦੇ ਵਿੱਚੋਂ ਜਿਹੜੀਆਂ ਔਰਤਾਂ ਸੀਗੀਆਂ ਔਰ ਕੁੱਲ ਕੇਸਾਂ ਦੀ ਜਿਹੜੀ ਮੀਡੀਅਨ ਏਜ ਹੈਗੀ ਹੈ ਉਹ 48 ਸਾਲ ਹੈਗੀ ਹੈ ਜੀ।
ਔਰ ਜੇ ਇਸੇ ਸਮੇਂ 'ਚ ਦੇਖੀਏ ਤਾਂ ਜੀ 550 ਜਿਹੜੇ ਲੋਕ ਨੇ ਇਹਨਾਂ ਕੇਸਾਂ ਦੇ ਵਿੱਚੋਂ ਹਸਪਤਾਲ ਦੇ ਵਿੱਚ ਗਏ ਨੇ, ਜਿਹੜਾ ਕਿ 14% ਬਣਦਾ ਹੈ। ਔਰ ਉਹਨਾਂ ਦੀ ਜਿਹੜੀ ਐਵਰੇਜ ਉਮਰ ਹੈਗੀ ਉਹ 69 ਸਾਲ ਹੋ ਜਾਂਦੀ ਹੈ। ਔਰ ਇਸੇ ਤਰੀਕੇ ਨਾਲ ਜੇ ਆਪਾਂ ਦੇਖੀਏ ਮਰਨ ਵਾਲਿਆਂ ਦੀ ਗਿਣਤੀ BC ਦੇ ਵਿੱਚ ਉਸ ਦਿਨ ਤੱਕ 195 ਸੀਗਾ, ਔਰ ਜਦੋਂ ਉਹਨਾਂ ਦੀ ਆਪਾਂ ਮੀਡੀਅਨ ਏਜ ਦੇਖਦੇ ਹਾਂ ਸਰਵੇ ਦੇ ਮੁਤਾਬਕ, ਮਾਡਲਿੰਗ ਦੇ ਮੁਤਾਬਕ, ਉਹ 85 ਸਾਲ ਜਿਹੜੀ ਹੋ ਜਾਂਦੀ ਹੈ। ਇੱਕ ਬੜੀ ਵੱਡੀ ਤਬਦੀਲੀ ਮਾਡਲਿੰਗ ਦੇ ਵਿੱਚ ਉਹਨੇ ਸਾਨੂੰ ਸਾਡੇ ਸਾਹਮਣੇ ਪੇਸ਼ ਕੀਤੀ ਹੈ ਕਿ ਜਿਹੜਾ ਪਹਿਲਾ ਦੌਰ ਸੀਗਾ ਮਈ ਤੱਕ, 14 ਮਈ ਤੱਕ, ਉਦੋਂ ਤੱਕ ਜਿਹੜੇ 29 ਸਾਲ ਤੋਂ ਘੱਟ ਨੌਜਵਾਨ ਸੀਗੇ ਉਹਨਾਂ ਦੀ ਗਿਣਤੀ ਕੁੱਲ 12% ਜਿਹੜੀ ਟੋਟਲ ਕੇਸਾਂ ਦੇ ਵਿੱਚ ਸੀਗੀ, ਜਿਹੜੀ ਕਿ ਹੁਣ ਆਖਰੀ ਦੌਰ ਦੇ ਵਿੱਚ ਉਹ ਗਿਣਤੀ ਵੱਧ ਕੇ 50% ਹੋ ਚੁੱਕੀ ਹੈ, ਜੋ ਚਿੰਤਾ ਦਾ ਇੱਕ ਬਹੁਤ ਵੱਡਾ ਵਿਸ਼ਾ ਉਹ ਬਣਿਆ ਹੋਇਆ। ਇਹਦੇ ਵਿੱਚ ਇਹ ਵੀ ਮੈਂ ਦੱਸਣਾ ਚਾਹੁੰਦਾ ਕਿ ਇਹਦੇ ਜਿਹੜੇ 19 ਸਾਲ ਤੋਂ ਘੱਟ ਦੇ ਬੱਚੇ ਨੇ, ਜਿਹੜਾ ਉਹਨਾਂ ਨੇ ਮਾਡਲਿੰਗ ਦੇ ਵਿੱਚ ਦਿਖਾਇਆ, ਜਿਹੜੇ ਬੱਚੇ ਸਕੂਲ ਜਾਣ ਵਾਲੇ ਨੇ, ਉਹਨਾਂ ਦੀ ਗਿਣਤੀ ਬਹੁਤ ਘੱਟ ਹੈ ਜੀ, ਉਹ 1.5% ਨੇ। ਕੁੱਲ ਮਿਲਾ ਕੇ 240 ਬੱਚੇ ਜਿਹੜੇ ਹੈਗੇ 19 ਸਾਲ ਤੋਂ ਘੱਟ ਹੁਣ ਤੱਕ ਜਿਹੜੇ COVID-19 ਉਹਨਾਂ ਨੂੰ ਹੋਇਆ, ਉਹਨਾਂ ਦੇ ਵਿੱਚੋਂ ਸਿਰਫ 3 ਬੱਚੇ ਜਿਹੜੇ ਹੈਗੇ ਆ ਉਹ ਹਸਪੀਟਲ ਦੇ ਵਿੱਚ ਗਏ ਆ, ਪਰ ਉਹ ਬਹੁਤੇ ਸੀਰੀਅਸ ਇਲ ਨਹੀਂ ਹੋਏ, ਉਹ ਬਿਮਾਰ ਨਹੀਂ ਹੋਏ। ਇਸ ਕਰਕੇ ਸਕੂਲਾਂ ਦਾ ਰੀਓਪਨ ਕਰਨ ਦੀ ਆਪਾਂ ਜਦੋਂ ਗੱਲ ਕਰਦੇ ਹਾਂ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਬੱਚਿਆਂ ਦਾ ਜਿਹੜਾ ਇਹਦੇ ਪ੍ਰਤੀ ਬਹੁਤ ਵੱਡੀ ਸੇਫਟੀ COVID-19 ਦੇ ਆਪਣੇ ਆਪ ਦੇ ਵਿੱਚ ਉਹ ਹੈਗੀ ਹੈ ਜੀ। ਜਦੋਂ ਅਸੀਂ ਸਕੂਲਾਂ ਦੀ ਗੱਲ ਕਰਦੇ ਹਾਂ ਤਾਂ ਸਾਡੇ ਐਜੂਕੇਸ਼ਨ ਮਿਨਿਸਟਰ ਹੈਗੇ ਆ, ਉਹਨਾਂ ਨੇ ਅਨਾਉਂਸ ਕੀਤਾ ਸੀਗਾ ਕਿ ਪਹਿਲਾਂ 8 ਸਤੰਬਰ ਤੋਂ ਸਕੂਲ ਖੁੱਲ ਜਾਣਗੇ, ਪਰ ਹਾਲ ਹੀ ਦੇ ਵਿੱਚ ਉਹਨਾਂ ਨੇ ਫਿਰ ਤੋਂ ਅਨਾਉਂਸਮੈਂਟ ਕੀਤੀ ਹੈ ਕਿ ਹੁਣ ਲੇਟ ਖੁੱਲਣਗੇ। ਤਾਂ ਉਹਨਾਂ ਨੇ ਇੱਕ ਦਿਨ ਬਾਅਦ ਦੱਸ ਦਿੱਤਾ ਕਿ 10 ਤਰੀਕ ਨੂੰ ਜਿਹੜਾ ਹੈ ਉਹ ਓਰੀਐਂਟੇਸ਼ਨ ਦੇ ਲਈ ਬੱਚੇ ਸਕੂਲ ਦੇ ਵਿੱਚ ਆ ਸਕਦੇ ਹੈਗੇ ਨੇ, 10 ਸਤੰਬਰ ਤੋਂ ਜਿਹੜੇ ਸਕੂਲ ਖੋਲੇ ਜਾਣਗੇ। ਹੁਣ ਕੀ ਚੇਂਜਸ ਨੇ, ਕੀ ਤਬਦੀਲੀਆਂ ਨੇ? ਸੋ 10 ਤਰੀਕੇ 2 ਦਿਨਾਂ ਦਾ ਲੇਟ ਕਿਉਂ ਕੀਤਾ ਗਿਆ ਹੈਗਾ? ਜਿਹੜੇ ਸਕੂਲ ਬੱਚਿਆਂ ਨੂੰ ਕਿਉਂ ਬੁਲਾਇਆ ਗਿਆ ਕਿ 2 ਦਿਨ ਬਾਅਦ ਤੁਹਾਨੂੰ ਆਉਣਾ ਪੈਣਾ? ਜੀ ਜਿਹੜਾ ਹੈਗਾ ਬਹੁਤ ਸਾਰੇ ਜਿਹੜੇ ਟੀਚਰ ਤੇ ਜਾਂ ਪੇਰੈਂਟਸ ਦਾ ਕੁਝ ਸਵਾਲ ਸੀਗੇ ਜੀ ਕਿ ਸਕੂਲਾਂ ਦੀ ਤਿਆਰੀ ਜਿਹੜੀ ਹੈਗੀ ਆ ਉਹ ਕਿਸ ਤਰੀਕੇ ਦੀ ਹੋਏਗੀ, ਕਿਵੇਂ ਹੋਏਗੀ। ਉਹਦੇ ਵਿੱਚ ਅਸੀਂ ਲਗਾਤਾਰ ਜਿਹੜੀ ਹੈਗੀ ਹੈ, ਜਿਹੜੀ ਇਹ ਪਲਾਨ ਬਣੀ ਹੈ, ਉਹ ਬਹੁਤ ਵੱਡੀ, ਬਹੁਤ ਜ਼ਿਆਦਾ 3 ਮਹੀਨਿਆਂ ਤੋਂ ਕੰਮ ਕਰਕੇ ਸਾਰੇ ਸਟੇਕ ਹੋਲਡਰਸ ਦੇ ਨਾਲ, ਜਿਹਦੇ ਵਿੱਚ ਟੀਚਰ ਵੀ ਨੇ, ਪੇਰੈਂਟਸ ਵੀ ਨੇ, ਵਿਦਿਆਰਥੀ ਵੀ ਨੇ, ਹੋਰ ਸਟਾਫ ਵੀ ਹੈਗਾ, ਉਹਨਾਂ ਨਾਲ ਗੱਲਬਾਤ ਕਰਨ ਤੋਂ ਬਾਅਦ ਇਹ ਪਲਾਨ ਤਿਆਰ ਕੀਤੀ ਗਈ ਹੈ। ਇਹਦੇ ਵਿੱਚ ਜਿਵੇਂ ਆਪਾਂ ਅੱਗੇ ਜਾਣਾ, ਨਵੇਂ ਸਵਾਲ ਵੀ ਆਉਣੇ, ਉਹ ਨਵੇਂ ਸਵਾਲਾਂ ਦੇ ਹੱਲ ਵੀ ਲੱਭੇ ਜਾਣਗੇ, ਕਿਉਂਕਿ ਫਲੈਕਸੀਬਲ ਪਲਾਨ ਇਹ ਹੈਗੀ ਆ। ਉਹਦੇ 'ਚ ਹੁਣ ਇਹ ਕੀਤਾ ਗਿਆ ਜੀ, ਪਹਿਲਾਂ ਜਿਹੜਾ ਸਕੂਲ ਖੋਲ੍ਹਣ ਦੀ ਮਿਤੀ 8 ਤਰੀਕ ਦਿੱਤੀ ਗਈ ਸੀ, ਸਕੂਲ ਹੁਣ 8 ਤਰੀਕ ਨੂੰ ਹੀ ਖੁੱਲ੍ਹਣੇ ਆ, ਪਰ ਉਹ 8 ਤਰੀਕ ਨੂੰ ਸਿਰਫ ਸਟਾਫ ਮੈਂਬਰ ਤੇ ਟੀਚਰਸ ਆਉਣੇ ਆ। ਔਰ ਹਰੇਕ ਸਕੂਲ ਦੇ ਵਿੱਚ ਜਿਹੜੀ ਹੈਗੀ ਹੈ ਸੇਫਟੀ ਜਿਹੜੀ ਕਮੇਟੀ ਹੋਏਗੀ, ਉਸ ਕਮੇਟੀ ਨੇ ਜਿਹੜੀਆਂ ਪ੍ਰੋਵਿੰਸ਼ੀਅਲ ਹੈਲਥ ਅਫੀਸਰ ਵੱਲੋਂ ਦਿੱਤੀਆਂ ਗਾਈਡਲਾਈਨਸ ਹੈਗੀਆਂ, ਉਹਨਾਂ ਨੂੰ ਰਿਵਿਊ ਕਰਕੇ ਸਾਰੇ ਸਟਾਫ ਨੂੰ ਉਹਦੀ ਓਰੀਐਂਟੇਸ਼ਨ ਜਾਂ ਉਹਦੇ ਬਾਰੇ ਸਾਰੀ ਨੌਲੇਜ ਦੇਣੀ ਹੈ। ਔਰ ਉਸ ਤੋਂ ਬਾਅਦ ਉਹਨੂੰ ਲਾਗੂ ਕਿਵੇਂ ਕਰਨਾ ਸਕੂਲ ਦੇ ਵਿੱਚ, ਉਹ ਸਾਰੀ ਮੁਕੰਮਲ ਜਾਣਕਾਰੀ ਜਿਹੜੀ 8 ਤੋਂ 10 ਤੱਕ ਜਿਹੜੇ 2 ਦਿਨ ਨੇਗੇ, 8 ਤੇ 9, ਉਹਦੇ ਵਿੱਚੋਂ ਟੀਚਰਾਂ ਨੂੰ ਤੇ ਸਟਾਫ ਨੂੰ ਦਿੱਤੀ, ਤਾਂ ਕਿ ਉਹ ਮੁਕੰਮਲ ਤੌਰ ਦੇ ਉੱਤੇ ਉਹ ਜਿਹੜੀਆਂ ਗਾਈਡਲਾਈਨ ਬਾਰੇ ਉਹ ਜਾਣਕਾਰੀ ਹਾਸਲ ਕਰ ਸਕਣ। 10 ਤਰੀਕ ਨੂੰ ਜੀ ਤੀਜੇ ਦਿਨ ਜਿਹੜੇ ਵਿਦਿਆਰਥੀ ਸਕੂਲ ਦੇ ਵਿੱਚ ਆਉਣਗੇ, ਉਹਨਾਂ ਨੂੰ ਜਿਹੜੇ ਇਹ ਟੀਚਰ ਨੇ ਜਿਨ੍ਹਾਂ ਨੂੰ ਸਾਰੀ ਮੁਕੰਮਲ ਜਾਣਕਾਰੀ ਉਦੋਂ ਹੋਊਗੀ, ਉਹ ਉਹਨਾਂ ਨੂੰ ਓਰੀਐਂਟੇਸ਼ਨ ਦੇਣਗੇ ਉਸ ਦਿਨ ਦੇ ਵਿੱਚ ਕਿ ਜੇ ਨਵੇਂ ਮਾਹੌਲ, ਜਿਹੜਾ ਕੋਵਿਡ ਦਾ ਮਾਹੌਲ ਹੈ, ਉਹਦੇ ਵਿੱਚ ਤੁਸੀਂ ਕਿਵੇਂ ਵਿਚਰਨਾ, ਸਕੂਲ ਦੇ ਵਿੱਚ ਕਿਵੇਂ ਤੁਸੀਂ ਕਲਾਸ ਦੇ ਵਿੱਚ ਆਉਣਾ ਹੈ, ਕੀ ਪਾਬੰਦੀਆਂ ਨੇ, ਕਿਹੜੀਆਂ ਸਾਵਧਾਨੀਆਂ ਨੇ, ਉਹ ਜਾਣਕਾਰੀ ਦਿੱਤੀ ਜਾਊਗੀ। ਉਸ ਤੋਂ ਬਾਅਦ ਅਗਲੇ ਦਿਨ ਜਿਹੜੇ ਸਕੂਲ ਨੇ ਜੀ ਉਹ ਆਮ ਦੀ ਤਰ੍ਹਾਂ ਜਿਹੜੇ ਉਹ ਫੁੱਲ ਟਾਈਮ ਸਕੂਲ ਜਿਹੜੇ ਉਹ ਖੁੱਲ ਜਾਣਗੇ। ਬਿਲਕੁਲ, ਜਦੋਂ ਅਸੀਂ ਡਾਕਟਰਸ ਦੇ ਨਾਲ ਗੱਲ ਕਰਦੇ ਹਾਂ ਜਾਂ ਅਸੀਂ ਸਿਹਤ ਅਧਿਕਾਰੀਆਂ ਦੀ ਗੱਲ ਸੁਣਦੇ ਹਾਂ ਤਾਂ ਉਹ ਕਹਿੰਦੇ ਆ ਕਿ ਬੱਚਿਆਂ ਨੂੰ COVID-19 ਹੋ ਸਕਦਾ ਜਦੋਂ ਉਹ ਸਕੂਲ ਦੇ ਵਿੱਚ ਜਾਣਗੇ। ਤਾਂ ਹੀ ਉਹ ਗਰੁੱਪਸ ਬਣਾਏ ਜਾ ਰਹੇ ਹੈਗੇ ਨੇ ਕਿ ਇੱਕ ਗਰੁੱਪ ਦੇ ਵਿੱਚ ਜਦੋਂ ਇਸ ਤਰ੍ਹਾਂ ਦਾ ਕੋਈ ਕੇਸ ਆਉਂਦਾ ਵੀ ਹੈ ਤਾਂ ਉਹਨਾਂ ਨੂੰ ਆਈਸੋਲੇਟ ਕਰਨਾ ਜਾਂ ਉਹਨਾਂ ਦੇ ਉੱਤੇ ਕੋਈ ਐਕਸ਼ਨ ਲੈਣਾ ਜਿਹੜਾ ਉਹ ਸੌਖਾ ਹੋ ਜਾਊਗਾ। ਹੁਣ ਡਾਕਟਰ ਬੋਨੀ ਹੈਨਰੀ ਨੇ ਵੀ ਕਿਹਾ ਕਿ 10 ਸਾਲ ਤੋਂ ਘੱਟ ਉਮਰ ਦੇ ਬੱਚੇ ਹੈਗੇ ਨੇ ਜਿਹੜੇ ਉਹ 78 ਕੇਸ ਜਿਹੜੇ ਨੇ ਉਹ ਸਾਹਮਣੇ ਆਏ ਹੈਗੇ ਨੇ ਕਿ ਸਕੂਲਾਂ ਦੇ ਵਿੱਚ ਹੋ ਸਕਦਾ। ਹੁਣ ਜੇ ਸਕੂਲਾਂ ਦੇ ਵਿੱਚ ਬੱਚੇ ਜਾਂਦੇ ਨੇ, ਬੱਚਿਆਂ ਨੂੰ ਹੋ ਜਾਂਦਾ, ਪਰ ਬੱਚਿਆਂ ਦੇ ਨਾਲ ਪੇਰੈਂਟਸ, ਗ੍ਰੈਂਡ ਪੇਰੈਂਟਸ ਵੀ ਰਹਿੰਦੇ ਹੈਗੇ ਨੇ, ਗ੍ਰੈਂਡ ਪੇਰੈਂਟਸ ਨੂੰ ਜਾ ਕੇ ਉਹ ਕੋਰੋਨਾ ਵਾਇਰਸ ਕਰ ਸਕਦੇ ਨੇ। ਹੁਣ ਉਹ ਬੱਚਿਆਂ ਕੋਲ ਆਪਸ਼ਨ ਹੈ ਕਿ ਉਹ ਜੇ ਨਹੀਂ ਚਾਹੁੰਦੇ ਉਹਨਾਂ ਦੇ ਬੱਚੇ ਉਹਨਾਂ ਨੂੰ ਸਕੂਲ ਭੇਜਣਾ ਤਾਂ ਉਹ ਨਹੀਂ ਭੇਜ ਸਕਦੇ। ਬਿਲਕੁਲ ਜੀ, ਇਹ ਆਪਸ਼ਨ ਜਦੋਂ ਪਹਿਲਾਂ ਸਕੂਲ ਖੋਲੇ ਗਏ ਸੀਗੇ ਐਂਡ ਆਫ ਦੀ ਈਅਰ ਤੇ ਉਦੋਂ ਵੀ ਆਪਸ਼ਨ ਸੀਗੀ ਸਾਰੇ ਪੇਰੈਂਟਸ ਨੂੰ, ਹੁਣ ਵੀ ਆਪਸ਼ਨ ਜਿਹੜੀ ਇਹ ਹੈਗੀ ਹੈ। ਖਾਸ ਕਰਕੇ ਜਿਹੜੇ ਬਹੁਤ ਸਾਰੇ ਕੁਝ ਬੱਚੇ ਐਸੇ ਹੈਗੇ ਸਕੂਲ ਸਿਸਟਮ ਦੇ ਵਿੱਚ, ਜਿਹੜੇ ਬੱਚਿਆਂ ਨੂੰ ਅਸੀਂ ਇਮਿਊਨੋ ਕੰਪਰੋਮਾਈਜ਼ ਅਸੀਂ ਕਹਿੰਦੇ ਹਾਂ, ਉਹਨਾਂ ਦਾ ਇਮਿਊਨ ਸਿਸਟਮ ਹੈ ਉਹ ਕੁਝ ਵੀ ਕਾਰਨਾਂ ਕਰਕੇ ਜਿਹੜਾ ਉਹ ਕਮਜ਼ੋਰ ਹੈ, ਜਿਨ੍ਹਾਂ ਨੂੰ ਜਿਹੜਾ ਹੈਗਾ COVID-19 ਬਹੁਤ ਛੇਤੀ ਜਿਹੜਾ ਚੁੰਬੜ ਸਕਦਾ। ਤੇ ਉਹ ਜਿਹੜੇ ਬੱਚੇ ਨੇ ਜੀ ਉਹਨਾਂ ਵਾਸਤੇ ਆਪਸ਼ਨ ਹੈਗੀਆਂ, ਹੋਮ ਸਕੂਲ ਦੀ ਆਪਸ਼ਨ ਹੈਗੀ ਹੈ ਜਾਂ ਆਨਲਾਈਨ ਜਿਹੜਾ ਵਰਚੁਅਲ ਜਿਹੜੀ ਐਜੂਕੇਸ਼ਨ ਲੈਣ ਦੀ ਆਪਸ਼ਨ ਹੈਗੀ ਹੈ, ਉਹ ਬਿਲਕੁਲ ਆਪਸ਼ਨਸ ਹੈਗੀਆਂ। ਪਰ ਇਹਦੇ ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਦਾ ਹਾਂ ਕਿ ਇੱਕ ਸਰਵੇ ਕੀਤਾ ਗਿਆ ਡਾਕਟਰ ਬੋਨੀ ਹੈਨਰੀ ਦੇ ਡਿਪਾਰਟਮੈਂਟ ਵੱਲੋਂ, ਉਹਦੇ ਵਿੱਚ ਬਹੁਤ ਵੱਡੀ ਗਿਣਤੀ ਲੋਕਾਂ ਨੇ ਹਿੱਸਾ ਲਿਆ, 2,94,382 ਲੋਕਾਂ ਨੇ ਉਹਦੇ ਵਿੱਚ ਹਿੱਸਾ ਲਿਆ, ਪੇਰੈਂਟਸ ਨੇ।
ਔਰ ਉਹਨਾਂ ਨੂੰ ਇੱਕ ਸਵਾਲ ਪੁੱਛਿਆ ਗਿਆ ਵੀ ਤੁਹਾਡੇ ਬੱਚਿਆਂ ਦੇ ਉੱਤੇ ਕੀ ਇੰਪੈਕਟ ਹੈਗਾ। ਜੀ ਔਰ ਉਹਦੇ ਵਿੱਚ ਜੀ ਜਿਹੜਾ ਚੀਜ਼ ਸਾਹਮਣੇ ਆਈ ਹੈ ਕਿ 76% ਪੇਰੈਂਟਸ ਨੇ ਇਹ ਗੱਲ ਕਹੀ ਹੈ ਕਿ ਸਾਡੇ ਬੱਚਿਆਂ ਦੀ ਪੜ੍ਹਾਈ ਜਿਹੜੀ ਵੱਡੇ ਪੱਧਰ ਦੇ ਉੱਤੇ ਜਿਹੜੀ ਕੰਪਰੋਮਾਈਜ਼ ਜਿਹੜੀ ਉਹ ਹੋ ਚੁੱਕੀ ਹੈ। ਔਰ ਉਹਦੇ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ, 78% ਪੇਰੈਂਟਸ ਨੇ ਇਹ ਗੱਲ ਕਹੀ ਹੈ ਕਿ ਸਾਡੇ ਬੱਚਿਆਂ ਦਾ ਜਿਹੜਾ ਆਪਣੇ ਦੋਸਤਾਂ ਦੇ ਨਾਲ ਤਲਕਾਸੀ ਕਨੈਕਸ਼ਨ ਸੀਗੇ ਉਹ ਬੁਰੀ ਤਰ੍ਹਾਂ ਟੁੱਟ ਚੁੱਕੇ ਹੈ। ਔਰ 59% ਆਪਣਾ ਮਾਪਿਆਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਸਾਡੇ ਬੱਚਿਆਂ ਦਾ ਸਟ੍ਰੈਸ ਲੈਵਲ ਹੈ ਉਹ ਉੱਪਰ ਚਲਿਆ ਗਿਆ। ਇਸ ਕਰਕੇ ਬੱਚਿਆਂ ਦਾ ਘਰਾਂ ਦੇ ਵਿੱਚ ਰਹਿਣਾ ਸਕੂਲ ਨਾਲੋਂ ਕਿਤੇ ਜ਼ਿਆਦਾ ਇਸ ਵੇਲੇ ਉਹ ਖਤਰਾ ਬਣਿਆ ਹੋਇਆ। ਇਸ ਕਰਕੇ ਉਹਨਾਂ ਦਾ ਸਕੂਲ ਦੇ ਵਿੱਚ ਆਉਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜਿਹੜੇ ਸਕੂਲ ਦੇ ਬੱਚੇ, ਜਿਵੇਂ ਮੈਂ ਪਹਿਲਾਂ ਗੱਲ ਕਹੀ ਹੈ, 19 ਸਾਲ ਤੋਂ ਥੱਲੇ, ਉਹਨਾਂ ਦੇ ਵਿੱਚ ਇਨਫੈਕਸ਼ਨ ਰੇਟ 1.5% ਹੈਗਾ। ਔਰ ਉਹਨਾਂ ਦੇ ਵਿੱਚੋਂ ਬੱਚੇ ਜਿਹੜੇ ਬਿਮਾਰ ਹੋਏ, ਸਿਰਫ 3 ਬੱਚੇ ਹਸਪੀਟਲ 'ਚ ਗਏ, ਉਹ ਤਿੰਨੇ ਠੀਕ ਹੋ ਕੇ ਵਾਪਸ ਘਰੇ ਚਲੇ ਗਏ। ਉਹ ਈਵਨ ICU ਯੂਨਿਟ ਦੇ ਵਿੱਚ ਵੀ ਉਹਨੂੰ ਜਾਣਾ ਨਹੀਂ ਪਿਆ। ਇਸ ਕਰਕੇ ਸਕੂਲਾਂ ਦਾ ਖੋਲ੍ਹਣਾ ਬਹੁਤ ਜ਼ਰੂਰੀ ਹੈ ਬੱਚਿਆਂ ਦੇ ਲਈ, ਔਰ ਕਿਸੇ ਹੱਦ ਤੱਕ ਸੇਫ ਵੀ ਹੈਗਾ, ਜਿਹੜੀ ਸਾਡੀ ਐਵੀਡੈਂਸ ਹੈ ਉਹਦੇ ਮੁਤਾਬਕ। ਬਿਲਕੁਲ ਜਨਾਬ, ਤੁਸੀਂ ਜਦੋਂ ਸਰਵੇ ਦੀ ਗੱਲ ਕੀਤੀ ਹੈ ਕਿ ਸਰਵੇ ਕਰਵਾਇਆ ਗਿਆ ਟੀਮ ਦੇ ਵੱਲੋਂ, ਉਹ ਸਰਵੇ ਦੇ ਵਿੱਚ ਬੱਚਿਆਂ ਦੇ ਇੰਪੈਕਟ ਦੇ ਨਾਲ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਜਦੋਂ COVID-19 ਸਟਾਰਟ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਨੌਕਰੀਆਂ ਦੇ ਉੱਤੇ, ਇਕਨੋਮੀ ਦੇ ਉੱਤੇ ਸਭ ਤੋਂ ਮਾੜਾ ਪ੍ਰਭਾਵ ਪਿਆ ਹੈਗਾ। ਕੀ ਕਹਿਣਾ ਚਾਹੁੰਦੇ ਹੋ? ਜੀ ਜਿਹੜਾ ਇਹ ਸਰਵੇ ਇੱਕ ਬਹੁਤ ਵੱਡਾ ਜਿਹੜੀਆਂ ਇਹਨੇ ਇਨਫੋਰਮੇਸ਼ਨ BC ਦੇ ਲੋਕਾਂ ਸਾਹਮਣੇ ਪੇਸ਼ ਕੀਤੀ ਹੈ, ਜਿਹੜੀ ਬੜੀ ਸਾਇੰਟੀਫਿਕ ਇਨਫੋਰਮੇਸ਼ਨ ਹੈਗੀ। 3,94,385 ਲੋਕਾਂ ਨੇ ਜਿਵੇਂ ਪਹਿਲਾਂ ਗੱਲ ਕੀਤੀ ਇਹਦੇ ਵਿੱਚ ਹਿੱਸਾ ਲਿਆ। ਉਹਦੇ ਵਿੱਚ ਜਿਹੜੇ 2 ਸਵਾਲ ਜਿਹੜੇ ਹੈਗੇ ਆ, ਜਿਵੇਂ ਤੁਸੀਂ ਗੱਲ ਕੀਤਾ, ਇੱਕ ਤਾਂ ਇਹ ਸਵਾਲ ਕਿ ਲੋਕਾਂ ਦੀ ਆਰਥਿਕ ਲੋੜਾਂ ਦੇ ਉੱਤੇ ਇੰਪੈਕਟ ਕੀ ਹੋਇਆ, ਜਾਂ ਲੋਕਾਂ ਦੀਆਂ ਨੌਕਰੀਆਂ ਕਿੰਨੀਆਂ ਕਿਤੇ ਚਲੀਆਂ ਗਈਆਂ। ਪਹਿਲਾ ਜਿਹੜਾ ਹੈਗਾ ਜੀ ਕਿ ਕੁੱਲ ਮਿਲਾ ਕੇ ਜਿਹੜੇ 32% ਦੇ ਕਰੀਬ ਲੋਕ ਹੈਗੇ ਆ BC ਦੇ ਵਿੱਚ, ਜਿਨ੍ਹਾਂ ਨੇ ਇਹ ਗੱਲ ਕਹੀ ਹੈ ਕਿ ਉਹ ਆਪਣੀਆਂ ਆਰਥਿਕ ਲੋੜਾਂ ਹੁਣ ਪੂਰੀਆਂ ਕਰਨ ਦੇ ਜਿਹੜਾ ਹੈਗਾ ਉਹਨਾਂ ਦੇ ਲਈ ਬੜੀਆਂ ਔਖੀਆਂ ਨੇ। ਔਰ ਉਹਦੇ ਵਿੱਚ ਉਹਨਾਂ ਨੇ ਵੱਖਰੇ ਵੱਖਰੇ ਭਾਈਚਾਰਿਆਂ ਦੇ ਲੋਕਾਂ ਨੂੰ ਵੀ ਪੁੱਛਿਆ, ਸਾਊਥ ਏਸ਼ੀਅਨ ਕਮਿਊਨਿਟੀ, ਚਾਈਨੀਜ਼, ਕੋਰੀਅਨ ਵਗੈਰਾ, ਕਿ ਕੀ ਇਹਨਾਂ ਦੇ ਉੱਤੇ ਇੰਪੈਕਟ ਇੱਕੋ ਜਿਹਾ ਹੈ ਕਿ ਸਾਰਾ ਵੱਖਰਾ ਵੱਖਰਾ। ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਚਾਹੇ ਜੀ ਐਵਰੇਜ ਜਿਹੜਾ ਹੈਗਾ ਉਹ 32% ਹੈ, ਪਰ ਸਾਊਥ ਏਸ਼ੀਅਨ ਭਾਈਚਾਰੇ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਇਹ ਗੱਲ ਕਹੀ ਹੈ ਕਿ ਸਾਡੀਆਂ ਆਰਥਿਕ ਲੋੜਾਂ ਨਹੀਂ ਪੂਰੀਆਂ ਹੋ ਰਹੀਆਂ, ਉਹਨਾਂ ਦੀ ਗਿਣਤੀ 41% ਹੈ। ਤੇ ਚਾਈਨੀਜ਼ ਲੋਕਾਂ ਦੇ ਵਿੱਚ ਇਹ ਗਿਣਤੀ ਜਿਹੜੀ 35% ਹੈ। ਪਰ ਜਿਹੜੇ ਕਾਕੇਸ਼ੀਅਨ ਲੋਕ ਨੇਗੇ, ਉਹਨਾਂ ਦੇ ਵਿੱਚ ਇਹ ਗਿਣਤੀ ਜੀ ਸਿਰਫ 29% ਹੈ, ਸਭ ਤੋਂ ਘੱਟ ਉੱਥੇ ਹੈਗੀ ਜਿਨ੍ਹਾਂ ਦੀ ਆਰਥਿਕ ਲੋੜਾਂ ਦੇ ਵਿੱਚ ਪ੍ਰੋਬਲਮ ਜਿਹੜੀ ਉਹ ਆਈ ਹੈ। ਜਿਹੜੀਆਂ ਨੌਕਰੀਆਂ ਨੇ ਜੀ, ਉਹ ਐਵਰੇਜ BC ਦੇ ਵਿੱਚ ਸਾਰੇ ਲੋਕਾਂ ਨੂੰ ਇਕੱਠੇ ਕਰ ਲਈਏ ਤਾਂ 15% ਲੋਕਾਂ ਨੇ ਗੱਲ ਇਹ ਕਹੀ ਹੈ ਕਿ ਸਾਡੀ COVID-19 ਕਰਕੇ ਸਾਡੇ ਕੋਲ ਹੁਣ ਨੌਕਰੀ ਉਹ ਨਹੀਂ। ਪਰ ਉਹਦੇ ਵਿੱਚੋਂ ਜਿਹੜਾ ਸਾਊਥ ਏਸ਼ੀਅਨ ਭਾਈਚਾਰਾ, ਉਹਦੇ ਵਿੱਚ ਇਹ ਗਿਣਤੀ 18% ਹੈ। ਤੇ ਜਿਹੜੇ ਚਾਈਨੀਜ਼ ਲੋਕ ਨੇ ਉਹਦੇ ਵਿੱਚ ਗਿਣਤੀ ਇਹ 16% ਹੈ। ਤੇ ਜਿਹੜੇ ਕਾਕੇਸ਼ੀਅਨ ਲੋਕ ਨੇ ਉਹਨਾਂ ਦੇ ਵਿੱਚ ਇਹ ਗਿਣਤੀ 14% ਹੈ ਜੀ। तो एक बहुत बड़ा इंपैक्ट है और बहुत बड़ी जानकारी साडे सामने आई ਜਿਹੜੀ ਫੈਕਚੁਅਲ ਜਾਣਕਾਰੀ ਹੈ ਆਪਣਾ ਸਰਵੇ ਹੋਣ ਤੋਂ ਬਾਅਦ। ਸੋ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਹੁਣ ਕੀ ਕੁਝ ਕੀਤਾ ਜਾ ਰਿਹਾ BC ਸਰਕਾਰ ਤੋਂ ਕਿ ਇਕਨੋਮੀ ਨੂੰ ਦੁਬਾਰਾ ਬੈਕ ਟਰੈਕ ਲੈ ਕੇ ਆਉਣਾ ਜਾਵੇ, ਜਾਂ ਜਿਨ੍ਹਾਂ ਦੀਆਂ ਨੌਕਰੀਆਂ ਨਹੀਂ ਗਈਆਂ ਉਹਨਾਂ ਦੀਆਂ ਨੌਕਰੀਆਂ ਵਾਪਸ ਕਿਸ ਤਰ੍ਹਾਂ ਆਉਣਗੀਆਂ? ਜੀ ਇੱਕ ਬਹੁਤ ਵੱਡਾ ਸਵਾਲ ਹੈਗਾ। ਸਭ ਤੋਂ ਵੱਡੀ ਗੱਲ ਜਿਹੜੀ BC ਦੇ ਵਿੱਚ ਸਭ ਤੋਂ ਚੰਗੀ ਗੱਲ ਇਹ ਹੈਗੀ ਕਿ ਸਾਡੀ ਜਿਹੜੀ BC ਦੀ ਇਕਨੋਮੀ, BC ਦੇ ਲੋਕ ਨੇਗੇ, ਔਰ ਉਹਦੇ ਵਿੱਚ ਜਿਹੜਾ BC ਦੀ ਇਕਨੋਮੀ ਦਾ ਪਹਿਲਾ ਪਿਲਰ ਹੈਗਾ BC ਦੇ ਲੋਕਾਂ ਦੀ ਪਬਲਿਕ ਜਿਹੜੀ ਹੈਲਥ ਤੇ ਪਬਲਿਕ ਸੇਫਟੀ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ BC ਜਿਹੜਾ ਦੁਨੀਆ ਭਰ ਦੇ ਵਿੱਚ, ਨਾਰਥ ਅਮਰੀਕਾ ਦੇ ਵਿੱਚ ਜਿਹੜਾ ਉਹਨਾਂ ਥਾਵਾਂ ਦੇ ਵਿੱਚ ਜਿਹੜੀਆਂ 1% ਸੇਫੈਸਟ ਪਲੇਸਿਸ ਹੈਗੀਆਂ, ਉੱਥੇ ਜਿਹੜਾ BC ਉਹਦੇ ਵਿੱਚ ਆਉਂਦਾ, ਜਿਹਦੇ ਕਰਕੇ ਅਸੀਂ ਇਕਨੋਮੀ ਦੀ ਪਹਿਲੀ ਫੇਜ਼, ਦੂਜੀ ਫੇਜ਼ ਤੇ ਫਿਰ ਤੀਜੀ ਫੇਜ਼ ਜਿਹੜੀ ਖੋਲ੍ਹਣ ਦੇ ਵਿੱਚ ਕਾਮਯਾਬ ਜਿਹੜੇ ਹੋ ਸਕੇ ਆ। ਹੁਣ ਜੇ ਤੁਸੀਂ ਬਾਹਰ ਨਿਕਲੋ ਤਾਂ ਜ਼ਿੰਦਗੀ ਆਮ ਦੀ ਤਰ੍ਹਾਂ ਜਿਹੜੀ ਹੈਗੀ ਹੈ BC ਦੇ ਵਿੱਚ। ਸਿਰਫ ਵੱਡੇ ਬਿਜ਼ਨਸ ਜਿਹੜੇ ਕਨਵੈਨਸ਼ਨ ਸੈਂਟਰ ਨੇ ਜਾਂ ਬੈਂਕਟ ਹਾਲ ਵੱਡੇ ਫੰਕਸ਼ਨ ਹੁੰਦੇ ਸੀਗੇ ਇਕੱਲੇ, ਉਹ ਜਿਹੜਾ ਸੈਕਟਰ ਹੈ ਇਕਨੋਮੀ ਦਾ ਬੰਦ ਹੈ। ਅਦਰਵਾਈਜ਼ ਸਾਰੀ ਇਕਨੋਮੀ ਇਸ ਵੇਲੇ ਉਹ ਖੁੱਲ ਚੁੱਕੀ ਹੈਗੀ। ਔਰ ਉਹਦੇ ਵਿੱਚ ਜਿਹੜਾ BC ਸਰਕਾਰ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਹੋਰ ਜਿਹੜੀ ਪਲਾਨ ਅਨਾਉਂਸ ਕਰਨ ਜਾ ਰਹੀ ਹੈ, ਜਿਹੜੀ ਇਹਨੂੰ ਰੀਸਟਾਰਟ ਕਰਨ ਵਾਸਤੇ ਆਪਣਾ BC ਵਾਸਤੇ, ਉਹਦੇ ਤੇ ਬਹੁਤ ਤੇਜ਼ੀ ਨਾਲ ਕੰਮ ਹੋ ਰਿਹਾ। ਲੋਕਾਂ ਦੀ ਰਾਏ ਵੀ ਲਈ ਜਾ ਰਹੀ ਹੈ, ਉਹਦੇ ਤੇ ਕਮੇਟੀ ਵੀ ਇੱਕ ਬਣੀ ਹੋਈ ਹੈ। ਔਰ ਉਹ ਫਾਈਨਲਾਈਜ਼ ਹੋਣ ਤੋਂ ਬਾਅਦ ਜਿੰਨੇ ਪ੍ਰੋਗਰਾਮ ਨੇ, ਉਹਦੇ ਵਿੱਚ ਸਾਰੇ ਪ੍ਰੋਗਰਾਮ ਉਹ ਲਏ ਜਾ ਰਹੇ ਜਿੱਥੇ ਜਿਹੜੇ ਤੁਰੰਤ ਜਿਹੜੇ ਸ਼ੁਰੂ ਹੋ ਸਕਣ ਔਰ ਤੁਰੰਤ ਜੌਬਾਂ ਉਹਦੇ ਵਿੱਚ ਜਿਹੜੀਆਂ ਕ੍ਰੀਏਟ ਕੀਤੀਆਂ ਜਾ ਸਕਣ। ਉਹ ਜਿਹੜੀ ਪਲਾਨ ਹੈਗੀ ਜੀ, ਉਹ ਬਿਲੀਅਨਸ ਆਫ ਡਾਲਰਸ ਹੈਗੇ ਆ। ਉਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਹੈਗਾ ਉਹ BC ਦੇ ਲੋਕਾਂ ਸਾਹਮਣੇ ਉਹ ਰੱਖੀ ਜਾਊਗੀ। ਨਾਲ ਹੁਣ ਜਿਵੇਂ ਤੁਸੀਂ ਕਿਹਾ ਕਿ ਬਹੁਤ ਵੱਡੇ ਜਿਹੜੇ ਮਾਤਰਾ ਦੇ ਵਿੱਚ, ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਬਿਜ਼ਨਸ ਖੁੱਲੇ ਹੈਗੇ ਨੇ, ਇਕਨੋਮੀ ਓਪਨ ਹੈਗੀ ਹੈ, ਪਰ ਜਿਸ ਤਰ੍ਹਾਂ ਹੁਣ ਕੇਸ ਵੱਧ ਰਹੇ ਨੇ, ਤੁਹਾਨੂੰ ਕੀ ਲੱਗਦਾ ਕਿ ਸਾਨੂੰ ਹੁਣ ਦੁਬਾਰਾ ਲਾਕਡਾਊਨ ਜਾਂ ਫਿਰ ਬੰਦ ਹੋਵੇ ਇਕਨੋਮੀ, ਇਹ ਸਾਹਮਣਾ ਕਰਨਾ ਪੈ ਸਕਦਾ ਜੇ ਅਸੀਂ ਸੂਝ-ਬੂਝ ਦੇ ਨਾਲ ਕੰਮ ਨਾ ਕੀਤਾ ਤਾਂ?
ਬਿਲਕੁਲ ਤੁਹਾਡੀ ਗੱਲ ਠੀਕ ਹੈ ਜੀ ਕਿ ਇਕਨੋਮੀ ਦਾ ਖੋਲ੍ਹਣਾ ਸਾਡੀ ਜ਼ਿੰਦਗੀ ਵਾਸਤੇ, ਸਾਡੀ ਸਫਲਤਾ ਵਾਸਤੇ, ਸਾਡੀ ਈਵਨ ਹੈਲਥ ਵਾਸਤੇ ਵੀ ਉਹ ਵੀ ਬੜਾ ਜ਼ਰੂਰੀ ਹੈ, ਲੋਕਾਂ ਦੀ ਰੋਜ਼ੀ ਰੋਟੀ ਹੈ। ਇਸ ਕਰਕੇ ਜਿਹੜਾ ਫੇਜ਼ ਤੇ ਆਪਣਾ 3 ਨੂੰ ਖੋਲ੍ਹਿਆ ਗਿਆ, ਉਹਦੇ ਨਾਲ ਜਿਹੜੇ ਲੋਕਾਂ ਦੇ ਕੰਟੈਕਟਸ ਨੇ ਉਹ ਆਫਕੋਰਸ ਪਹਿਲਾਂ ਜਦੋਂ ਬੰਦ ਸੀਗਾ ਸਾਰਾ ਕੁਝ ਆਪਾਂ ਕੀਤਾ, ਉਦੋਂ 30% ਲੋਕਾਂ ਦੇ ਕੰਟੈਕਟ ਰਹਿ ਗਏ ਸੀ, ਜਿਹਦੇ ਕਰਕੇ ਕੋਵਿਡ-19 ਦੀ ਜਿਹੜੀ ਕਰਵ ਆ ਉਹ ਇਨਫਲੈਟ ਬਹੁਤ ਛੇਤੀ ਹੋ ਗਈ ਸੀਗੀ। ਪਰ ਉਸ ਤੋਂ ਬਾਅਦ ਫੇਜ਼ ਦੂਜੀ ਖੁੱਲੀ, ਫਿਰ ਫੇਜ਼ ਤੀਜੀ ਖੁੱਲੀ, ਆਫਕੋਰਸ ਜਿਹੜੇ ਕੰਟੈਕਟ ਵੱਧ ਕੇ ਹੁਣ 65% ਦੇ ਕਰੀਬ ਹੋ ਚੁੱਕੇ ਆ। ਉਹਦੇ 'ਚ ਡਾਕਟਰ ਬੋਨੀ ਹੈਨਰੀ ਨੇ ਬੜਾ ਸਪਸ਼ਟ ਕਿਹਾ ਸੀ ਕਿ ਜਦੋਂ ਕੰਟੈਕਟ 65% ਤੇ ਜਾਣੇ ਆ ਉਦੋਂ ਕੇਸ ਵੀ ਉੱਪਰ ਜਾਣੇ ਆ, ਪਰ ਐਜ਼ ਲੌਂਗ ਐਜ਼ ਉਹ ਮੈਨੇਜੇਬਲ ਹੋਣ ਤਾਂ ਫਿਰ ਅਸੀਂ ਜਿਹੜਾ ਹੈਗਾ ਅੱਗੇ ਵੱਧ ਸਕਦੇ ਹਾਂ। ਪਰ ਇਸ ਵੇਲੇ ਜਿਹੜੀ ਗੱਲ ਹੈਗੀ ਹੈ ਜੀ, ਉਹ ਕੇਸ ਜਿਹੜੀ ਅਸੀਂ ਸਮਝਦੇ ਹਾਂ ਕਿ ਜਿਹੜਾ ਸਾਡਾ ਮੈਨੇਜ ਕਰਨ ਦੀ ਲਾਈਨ ਸੀਗੀ ਉਦੋਂ ਉੱਪਰ ਉੱਠ ਚੁੱਕੇ ਆ। ਇਸ ਕਰਕੇ ਜਿਹੜਾ ਹੈਗਾ ਲੋਕਾਂ ਦੇ ਲਈ ਵੀ ਸਾਡੀ ਬੇਨਤੀ ਹੈ ਕਿ ਸਾਵਧਾਨ ਰਹਿਣ ਦੀ ਲੋੜ ਹੈ। ਜੋ ਪਾਬੰਦੀਆਂ ਲੱਗੀਆਂ ਉਹਨਾਂ ਨੂੰ ਮੰਨਣ ਦੀ ਲੋੜ ਹੈ। ਅਸੀਂ ਜੇ ਪਾਬੰਦੀਆਂ ਮੰਨ ਕੇ ਕੰਮ ਕਰੀ ਜਾਈਏ ਤਾਂ ਅਸੀਂ ਇਹ ਸਾਰੀ ਇਕਨੋਮੀ ਨੂੰ ਕੰਟੀਨਿਊ ਕਰ ਸਕਦੇ ਹਾਂ, ਕੋਈ ਪ੍ਰੋਬਲਮ ਨਹੀਂ ਹੈ। ਪਰ ਜੇ ਖੁਦਾ ਨਾ ਖਾਸਤਾ ਕੇਸ ਜ਼ਿਆਦਾ ਵੱਧ ਜਾਂਦੇ ਆ ਤਾਂ ਫਿਰ ਆਫਕੋਰਸ ਜਿਹੜੀਆਂ ਰਿਸਟ੍ਰਿਕਸ਼ਨਸ ਹੋਰ ਲੱਗ ਸਕਦੀਆਂ, ਜਿਹਦੇ ਵਿੱਚ ਕੁਝ ਬਿਜ਼ਨਸ ਦਾ ਜਿਹੜੇ ਬਿਜ਼ਨਸ ਨੇ ਸਾਡੀ ਇਕਨੋਮੀ ਵੀ ਸਾਨੂੰ ਫਿਰ ਵਕਤੀ ਤੌਰ ਦੇ ਉੱਤੇ ਜਿਹੜੀ ਉਹ ਬੰਦ ਕਰਨੀ ਪੈ ਸਕਦੀ ਹੈ। ਇਸ ਵੇਲੇ ਸਰਕਾਰ ਦੀ ਕੋਈ ਐਸੀ ਪਲਾਨ ਨਹੀਂ ਹੈ। ਸਰਕਾਰ ਇਸ ਵੇਲੇ ਇਹੀ ਕਹਿ ਰਹੀ ਲੋਕਾਂ ਨੂੰ ਵੀ ਭਾਈ ਜੋ ਪਾਬੰਦੀਆਂ ਲੱਗੀਆਂ ਉਹਨਾਂ ਨੂੰ ਮੰਨ ਕੇ ਚਲੋ। ਮਿਸਾਲ ਦੇ ਤੌਰ ਦੇ ਉੱਤੇ ਇਸ ਵੇਲੇ ਡਾਂਸ ਕਰਨਾ ਫਲੋਰ ਤੇ ਮਨਾ ਹੈ, ਉਹ ਨਾ ਕੀਤਾ ਜਾਵੇ, ਹੈ। ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਇੱਕ ਵੀਡੀਓ ਵਾਇਰਲ ਹੋਈ ਹੈ ਆਪਣਾ ਵੈਨਕੂਵਰ ਦੇ ਨਾਈਟ ਕਲੱਬ ਦੀ, ਉੱਥੇ ਡਾਂਸ ਕਰ ਰਹੇ ਲੋਕ, ਉਹ ਕੰਮ ਨਾ ਕੀਤਾ ਜਾਵੇ। ਜੇ ਤੁਸੀਂ ਕਿਤੇ ਨੇੜੇ ਜਾਂਦੇ ਹੋ ਆਪਣਾ ਮਾਸਕ ਲਾਇਆ ਜਾਵੇ, 6 ਫੁੱਟ ਦਾ ਫਾਸਲਾ ਰੱਖਿਆ ਜਾਵੇ, ਉਹ ਜ਼ਰੂਰੀ ਹੈ। ਮੈਂ ਸਮਝਦਾ ਕਿ ਜੇ ਲੋਕਾਂ ਦਾ ਸਹਿਯੋਗ ਹੋਵੇ ਸਾਨੂੰ ਪਾਬੰਦੀਆਂ ਹੋਰ ਲਾਉਣ ਦੀ ਲੋੜ ਨਹੀਂ। ਅਸੀਂ ਆਪਣੀ ਇਕਨੋਮੀ ਨੂੰ ਤੇ ਲੋਕਾਂ ਨੂੰ ਇਸੇ ਤਰੀਕੇ ਨਾਲ ਅੱਗੇ ਤੋਰ। ਇੱਕ ਵਧੀਆ ਗੱਲ ਇਹ ਵਾਇਰਸ ਦੀ ਹੈ ਕਿ ਇਹਦੀ ਜਿਹੜੀ ਰਿਕਵਰੀ ਡੇਟ ਹੈ ਉਹ ਵਧੀਆ ਹੈਗਾ ਆ, ਕਿਉਂਕਿ ਜੇ ਅਸੀਂ ਹਸਪੀਟਲ ਦੇ ਵਿੱਚ ਗਿਣਤੀ ਦੇਖੀਏ ਜਾਂ ICU ਦੇ ਵਿੱਚ ਦੇਖੀਏ ਤਾਂ ਨੰਬਰਸ ਬਹੁਤ ਘੱਟ ਹੈਗੇ ਨੇ ਹੁਣ ਇਸ ਟਾਈਮ ਤੇ। ਜੇ ਡੈਥਸ ਵੀ ਜਿਹੜੀਆਂ ਨੇ ਉਹ ਕੰਟਰੋਲ ਦੇ ਵਿੱਚ ਹੈਗੀਆਂ ਨੇ, 195 ਡੈਥਸ ਤੋਂ ਬਾਅਦ ਹੁਣ ਅਸੀਂ ਡੈਥਸ ਵੀ ਨਹੀਂ ਦੇਖੀਆਂ ਹੈਗੀਆਂ ਨੇ, ਸੋ ਬਹੁਤ ਵਧੀਆ। ਤੇ ਨਾਲ ਨਾਲ BC ਸਰਕਾਰ ਦੇ ਵੱਲੋਂ 500 ਜਿਹੜੇ ਹੈਲਥ ਵਰਕਰ ਹੈਗੇ ਆ ਜਿਹੜੇ ਕੰਟੈਕਟ ਟ੍ਰੇਸਿੰਗ ਦੇ ਲਈ ਰੱਖੇ ਗਏ ਹੈਗੇ ਆ, ਸੋ ਉਹ ਕਿਸ ਤਰ੍ਹਾਂ ਕੰਮ ਕਰਨਗੇ, ਕਿਸ ਤਰ੍ਹਾਂ ਉਹਨਾਂ ਦੀ ਹਾਇਰਿੰਗ ਹੋਵੇਗੀ? 4200 ਜਿਹੜੇ 74 ਲੋਕ ਨੇ ਜੀ ਕੱਲ ਤੱਕ ਜਿਹੜੇ ਕੁੱਲ ਮਿਲਾ ਕੇ BC ਦੇ ਵਿੱਚ ਕੋਵਿਡ-19 ਦੇ ਜਿਹੜੇ ਕੇਸ ਹੋਏ ਆ ਉਹਦੇ ਵਿੱਚੋਂ 3500 ਲੋਕ ਜਿਹੜੇ ਫੁੱਲੀ ਰਿਕਵਰ ਕਰ ਚੁੱਕੇ ਆ। ਬਹੁਤ ਵੱਡਾ ਨੰਬਰ ਹੈ। 500 ਦੇ ਕਰੀਬ ਇਸ ਵੇਲੇ ਐਕਟਿਵ ਕੇਸ ਜਿਹੜੇ ਉਹ ਹੈਗੇ ਆ ਜੀ। ਤੇ ਉਹਦੇ ਵਿੱਚ ਤੁਹਾਡੀ ਗੱਲ ਬਿਲਕੁਲ ਠੀਕ ਹੈ। ਜਿਹੜਾ ਖਾਸ ਕਰਕੇ ਨੰਬਰ ਬੜਾ ਤਸੱਲੀ ਬਖਸ਼ ਹੈਗਾ ਉਹ ਹੈਗਾ ICU ਤੇ ਜਿਹੜਾ ਹਸਪੀਟਲ 'ਚ ਕਿੰਨੇ ਲੋਕ ਗਏ ਨੇ, ਉਹਦੀ ਗਿਣਤੀ ਹਸਪਤਾਲ ਦੇ ਵਿੱਚ 9 ਤੇ ICU ਦੇ ਵਿੱਚ ਜਿਹੜਾ 4 ਜਾਂ 5 ਦੀ ਗਿਣਤੀ ਪਿਛਲੇ ਕਈ ਜਿਹੜਾ ਹਫ਼ਤਿਆਂ ਤੋਂ ਟਿਕੀ ਹੋਈ ਹੈ। ਸੋ ਇਹਦਾ ਮਤਲਬ ਇਹ ਹੈ ਕਿ ਚਾਹੇ ਕੋਵਿਡ-19 ਦੇ ਕੇਸ ਵੱਧ ਗਏ ਆ ਪਰ ਉਹ ਸੀਰੀਅਸਲੀ ਬਿਮਾਰ ਨਹੀਂ ਲੋਕ ਹੋ ਰਹੇ। ਉਹਦਾ ਕਾਰਨ ਮੁੱਖ ਇਹ ਹੈ ਕਿ ਇਸ ਵੇਲੇ 50% ਜਿਹੜੇ ਕੇਸ ਨੇ ਉਹ ਨੌਜਵਾਨਾਂ ਦੇ ਹੈ। ਇਸ ਕਰਕੇ ਹਸਪਤਾਲ ਦੇ ਵਿੱਚ ਗਿਣਤੀ ਨਹੀਂ ਵਧੀ, ਜਿਹੜੀ ਚੰਗੀ ਗੱਲ ਹੈ। ਇਸ ਕਰਕੇ ਉਹਨੂੰ ਮੈਨੇਜ ਕਰਨਾ ਉਹ ਸੌਖਾ, ਪਰ ਇਹਦੇ ਬਾਵਜੂਦ ਵੀ ਜਿਹੜੇ ਹੁਣ ਐਕਸਪੋਜ਼ਰ ਹੋ ਰਹੇ ਆ ਉਹ ਕਮਿਊਨਿਟੀ ਦੇ ਵਿੱਚ ਹੋ ਰਹੇ। ਪਹਿਲਾਂ ਜਿਹੜਾ ਪਹਿਲੇ ਦੌਰ ਦੇ ਵਿੱਚ ਜਿਹੜੇ ਜਿੱਥੇ ਵੀ ਆਊਟਬ੍ਰੇਕ ਹੋਇਆ ਸੀ ਉਹ ਇੰਸਟੀਟਿਊਸ਼ਨ ਦੇ ਅੰਦਰ ਸੀਗਾ, ਜਿਹਨੂੰ ਕੰਮ ਕਰਨਾ ਸੌਖਾ ਸੀ ਕਿਉਂਕਿ ਤੁਹਾਨੂੰ ਪਤਾ ਹੁੰਦਾ ਸੀ ਆ ਸੀਨੀਅਰ ਕੇਅਰ ਹੋਮ ਦੇ ਵਿੱਚ ਹੀ ਹੈ। ਹੁਣ ਜਦੋਂ ਕਿਤੇ ਪਬਲਿਕ ਫੰਕਸ਼ਨ ਤੇ ਹੁੰਦਾ ਹੈ, ਉਹ ਕੌਣ ਬੰਦੇ ਉੱਥੇ ਆਏ ਸੀਗੇ, ਉਹ ਕਿੱਥੋਂ ਕਿੱਥੋਂ ਆਏ ਸੀ, ਉਹਨੂੰ ਲੱਭਣਾ, ਫਿਰ ਉਹ ਗਾਹ ਕਿਹਨੂੰ ਜਾ ਕੇ ਮਿਲੇ, ਉਹ ਲੱਭਣਾ ਬਹੁਤ ਔਖਾ ਕੰਮ ਹੈ ਜੀ। ਉਹਦੇ ਲਈ ਇਸ ਵੇਲੇ ਜਿਹੜਾ 6 ਫੁੱਟ ਦੇ ਫਾਸਲੇ ਤੋਂ ਬਾਅਦ ਜਿਹੜਾ ਦੂਜਾ ਸਭ ਤੋਂ ਵੱਡਾ ਟੂਲ ਹੈ ਜਿਹੜਾ ਕੋਵਿਡ-19 ਨੂੰ ਕਾਬੂ ਕਰਨ ਦਾ, ਉਹ ਕੰਟੈਕਟ ਟ੍ਰੇਸਿੰਗ ਹੈਗਾ। BC ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਪਹਿਲਾਂ ਹੀ ਜਿਹੜਾ 500 ਬੰਦਾ ਹੁੰਦਾ ਸੀ, ਕੁੱਲ ਮਿਲਾ ਕੇ 2500 ਬੰਦਾ ਪਹਿਲਾਂ ਕਰ ਦਿੱਤਾ ਗਿਆ ਸੀਗਾ। ਹੁਣ 500 ਵਿਅਕਤੀ ਹੋਰ ਐਡ ਕੀਤਾ ਕਿ ਜਦੋਂ ਵੀ ਕਿਤੇ ਕੁਝ ਹੁੰਦਾ ਹੈ ਇਮੀਡੀਏਟਲੀ ਉਹ ਬੰਦਿਆਂ ਨੂੰ ਇੰਟਰਵਿਊ ਕਰਕੇ ਉਹਨਾਂ ਦੇ ਜਿੱਥੇ ਕੰਟੈਕਟ ਹੈਗਾ ਉਹਨੂੰ ਟ੍ਰੇਸ ਕਰਕੇ ਉਹਨਾਂ ਨੂੰ ਆਈਸੋਲੇਟ ਕੀਤਾ ਜਾਵੇ। ਇਸ ਵੇਲੇ ਕੋਈ 1300 ਦੇ ਕਰੀਬ ਲੋਕ ਆਈਸੋਲੇਟ ਕੀਤੇ ਹੋਏ ਨੇ। ਸੋ ਉਹ ਜਿਹੜਾ ਕੰਟੈਕਟ ਟ੍ਰੇਸਿੰਗ ਹੈਗਾ ਜੀ ਬੜਾ ਮਹੱਤਵਪੂਰਨ ਟੂਲ ਹੈਗਾ ਇਹਨੂੰ ਰੋਕਣ ਵਾਸਤੇ। ਬਿਲਕੁਲ। ਨਾਲ COVID-19 ਦੇ ਨਾਲ ਹੁਣ ਜੇ ਅਸੀਂ ਇਲਿਸਿਟ ਡਰੱਗਸ ਦੀ ਗੱਲ ਕਰ ਲਈਏ, ਓਪੀਓਇਡ ਦੀ ਗੱਲ ਕਰ ਲਈਏ, ਉਹਦੇ ਲਈ ਬੈਡਸ ਵੀ ਐਡ ਕੀਤੇ ਗਏ ਨੇ ਸਰਕਾਰ ਦੇ ਵੱਲੋਂ ਕਿਉਂਕਿ ਯੂਥ ਜਿਹੜੇ ਇਹਦਾ ਜ਼ਿਆਦਾ ਸ਼ਿਕਾਰ ਹੋ ਰਹੇ ਨੇ। ਪਹਿਲੀ ਗੱਲ ਤਾਂ ਮੈਂ ਉਹਦੇ 'ਚ ਇਹ ਕਹਿਣਾ ਚਾਹੁੰਦਾ ਜੀ, ਜਿਹੜੀਆਂ ਇਲੀਗਲ ਡਰੱਗਸ ਕਰਕੇ ਜਿਹੜੀਆਂ ਓਵਰਡੋਜ਼ ਕ੍ਰਾਈਸਿਸ ਜਿਹੜਾ BC ਦੇ ਵਿੱਚ ਹੈਗਾ, ਇਹ ਪਿਛਲੇ ਕੋਈ ਆਲਮੋਸਟ 10 ਸਾਲ ਤੋਂ ਇਹ ਚੱਲ ਰਿਹਾ ਹੈ ਜੀ ਲਗਾਤਾਰ। ਔਰ ਉਹਦੇ ਵਿੱਚ ਜਿਹੜਾ ਜਦੋਂ ਸਾਡੀ ਸਰਕਾਰ ਬਣੀ ਉਹਦੇ ਵਿੱਚ ਪ੍ਰੀਮੀਅਰ ਸਾਹਿਬ ਨੇ ਇੱਕ ਵਿਸ਼ੇਸ਼ ਜਿਹੜਾ ਕੈਬਨਿਟ ਮਿਨਿਸਟਰ ਦੀ ਜ਼ਿੰਮੇਵਾਰੀ ਲਈ ਇੱਕ ਮਿਨਿਸਟਰੀ ਕ੍ਰੀਏਟ ਕੀਤੀ ਗਈ ਤਾਂ ਕਿ ਉਹਦੇ ਤੇ ਐਕਸ਼ਨ ਹੋ ਸਕੇ। ਕੋਵਿਡ ਦੇ ਆਉਣ ਤੋਂ ਪਹਿਲਾਂ ਬਹੁਤ ਵੱਡਾ ਇੰਪੈਕਟ ਹੋ ਚੁੱਕਿਆ ਸੀ, ਨੰਬਰ ਕਾਬੂ ਹੋ ਚੁੱਕੇ ਸੀਗੇ, 30% ਰਿਡਕਸ਼ਨ ਹੋ ਚੁੱਕੀ ਸੀ ਜਿਹੜੀਆਂ ਹੋ ਰਹੀਆਂ ਮੌਤਾਂ ਦੇ ਵਿੱਚ ਓਵਰਡੋਜ਼।
ਕਿਉਂਕਿ ਅਸੀਂ ਬਹੁਤ ਸਾਰੇ ਪ੍ਰੋਗਰਾਮ ਜਿਹੜੇ ਉਹ ਖੋਲ ਚੁੱਕੇ ਸੀਗੇ। ਪਰ ਕੋਵਿਡ ਦੇ ਆਉਣ ਤੋਂ ਬਾਅਦ ਇੱਕ ਫਰਕ ਪਿਆ ਕਿ ਉਹ ਜਿਹੜੇ ਨੰਬਰ ਫੇਰ ਇੱਕਦਮ ਉੱਪਰ ਨੂੰ ਜਿਹੜੇ ਸਪਾਈਕ ਕੀਤੇ ਆ ਬੜੀ ਵੱਡੀ ਗਿਣਤੀ। ਉਹਦਾ ਇੱਕ ਕਾਰਨ ਇਹ ਹੈਗਾ ਕਿ ਜਿਹੜੀ ਡਰੱਗਸ ਦੀ ਜਿਹੜੀ ਨਾਰਮਲ ਸਪਲਾਈ ਸੀ ਉਹ ਬੰਦ ਹੋ ਗਈ, ਕਿਉਂਕਿ ਬਾਰਡਰਸ ਬੰਦ ਹੋ ਚੁੱਕੇ ਆ ਵਗੈਰਾ ਵਗੈਰਾ ਵਗੈਰਾ। ਫਿਰ ਲੋਕਲੀ ਬੜੀਆਂ ਟੌਕਸਿਕ, ਬਹੁਤ ਜ਼ਹਿਰੀਲੀਆਂ ਜਿਹੜੀਆਂ ਉਹ ਆਪਣੀਆਂ ਡਰੱਗ ਹੁਣ ਪੈਦਾ ਕੀਤੀਆਂ ਜਾ ਰਹੀਆਂ, ਜਿਹਦੇ ਨਾਲ ਬਹੁਤ ਛੇਤੀ ਜਿਹੜੇ ਡਰੱਗ ਕਰਨ ਵਾਲੇ ਯੂਥ ਨੇ, ਨੌਜਵਾਨ ਨੇ, ਉਹ ਓਵਰਡੋਜ਼ ਹੋ ਕੇ ਉਹਨਾਂ ਦੀ ਮੌਤਾਂ ਹੋ ਰਹੀਆਂ। ਅਸੀਂ ਜੀ ਹੁਣ ਜਿਹੜਾ ਯੂਥ ਵਾਸਤੇ ਟ੍ਰੀਟਮੈਂਟ ਬੈੱਡ ਜਿਹੜੇ ਸੀਗੇ, ਜੇ ਪਿੱਛੇ ਜਾਈਏ ਤਾਂ ਬਹੁਤ ਘੱਟ ਹੁੰਦੇ ਸੀ ਜਾਂ ਹੁੰਦੇ ਹੀ ਨਹੀਂ ਸੀਗੇ। ਹੁਣ ਉਹ ਨਵੇਂ ਖੋਲੇ ਗਏ, ਪਹਿਲਾਂ ਖੋਲੇ ਗਏ ਸੀ ਕੋਈ ਮੇਰੇ ਖਿਆਲ ਦੇ ਵਿੱਚ। ਹੁਣ ਕੱਲ ਦੁਬਾਰਾ ਫਿਰ ਸਰਕਾਰ ਨੇ 123 ਨਵੇਂ ਬੈੱਡ ਜਿਹੜੇ ਉਹ ਯੂਥ ਵਾਸਤੇ ਖੋਲੇ ਗਏ ਆ। $36 ਮਿਲੀਅਨ ਦੀ ਇਹ ਜਿਹੜੀ ਇਨਵੈਸਟਮੈਂਟ ਕੀਤੀ ਗਈ ਹੈ, ਜੋ ਬੜੀ ਚੰਗੀ ਗੱਲ ਹੈ, ਜਿਹਦੇ ਨਾਲ ਸਾਡੇ ਨੌਜਵਾਨਾਂ ਨੂੰ ਸਹਾਰਾ ਮਿਲ ਸਕਦਾ। ਜੀ ਬਿਲਕੁਲ, ਨਾਲ ਹੁਣ ਵੀ ਹੋ ਰਿਹਾ, ਨਾਲ ਅਸੀਂ ਕੋਵਿਡ ਦੀ ਵੀ ਕਰ ਰਹੇ ਹਾਂ, ਨਾਲ ਇਨਵੈਸਟਮੈਂਟਸ ਵੀ ਹੋ ਰਹੀਆਂ ਨੇ, BC ਸਰਕਾਰ ਦੇ ਦੁਆਰਾ ਇਨਵੈਸਟਮੈਂਟਸ ਕੀਤੀਆਂ ਜਾ ਰਹੀਆਂ ਨੇ। ਪਰ ਅੱਜ ਕੀ ਕਹਿਣਾ ਚਾਹੁੰਦੇ ਆ, ਕੀ ਮੈਸੇਜ ਦੇਣਾ ਚਾਹੁੰਦੇ ਆ ਕਮਿਊਨਿਟੀ ਨੂੰ, ਕਿਉਂਕਿ ਜੇ ਇਸ ਤਰ੍ਹਾਂ ਹੀ COVID-19 ਦੇ ਕੇਸ ਵੱਧਦੇ ਰਹੇ ਤਾਂ ਸਾਨੂੰ ਇੱਕ ਵਾਰ ਫਿਰ ਤੋਂ ਲੋਕਡਾਊਨ ਦੀ ਕੰਡੀਸ਼ਨ ਦੇ ਵਿੱਚ ਜਾਣਾ ਹੋਊਗਾ। ਮੇਰੀ ਇਹ ਹੱਥ ਬੰਨ੍ਹ ਕੇ ਜਿਹੜੀ ਇਹ ਫਰਿਆਦ ਹੈ ਜੀ, ਬੇਨਤੀ ਹੈ ਜੀ ਸਾਰਿਆਂ ਨੂੰ, ਜਿਹੜੀ ਹੈਗੀ ਹੈ ਕਿ ਅਸੀਂ ਬਹੁਤ ਖੂਬਸੂਰਤ ਤਰੀਕੇ ਦੇ ਨਾਲ COVID-19 ਦੀ ਜਿਹੜੀ ਕਰਬ ਹੈ ਉਹਨੂੰ ਫਲੈਟ ਕੀਤਾ, ਔਰ ਅਸੀਂ ਹਲੇ ਵੀ ਬਹੁਤ ਜਿਹੜੀ ਸੇਫ ਜ਼ੋਨ ਦੇ ਵਿੱਚ ਹੈਗੇ ਆ। ਪਰ ਹੁਣ ਜਿਹੜੇ ਕੇਸ ਤਾਂ ਹਨ ਸਪਾਈਕ ਹੋ ਰਹੇ, ਇਹਨਾਂ ਨੂੰ ਰੋਕਣਾ ਬਹੁਤ ਜ਼ਰੂਰੀ ਹੈ। ਰੋਕ ਕੇ ਇਹਦੀ ਕਰਬ ਨੂੰ ਫਲੈਟ ਕਰਨਾ ਬਹੁਤ ਜ਼ਰੂਰੀ ਹੈ। ਔਰ ਉਹਦੇ ਵਾਸਤੇ ਇੱਕੋ ਹੀ ਢੰਗ ਹੈਗਾ ਕਿ ਜਿਹੜੇ ਸਾਡੇ ਲੱਗੇ, ਜਿਹੜੀਆਂ ਪਾਬੰਦੀਆਂ ਲੱਗੀਆਂ, ਜਿਹੜੇ ਸਾਡੀਆਂ ਸਾਵਧਾਨੀਆਂ ਦੱਸੀਆਂ ਗਈਆਂ ਨੇ, ਚਾਹੇ ਉਹ 6 ਫੁੱਟ ਦਾ ਫਾਸਲਾ ਹੋਵੇ, ਚਾਹੇ ਉਹ ਜਿਹੜਾ ਹੈਗਾ ਜੇ ਤੁਸੀਂ ਸਿੱਖ ਹੈ ਤਾਂ ਬਾਹਰ ਨਹੀਂ ਜਾਣਾ, ਚਾਹੇ ਜੇ ਤੁਸੀਂ ਬੱਸ ਦੇ ਵਿੱਚ ਜਾਂਦੇ ਹੋ ਮਾਸਕ ਲਾਉਣਾ, ਉਹਦੀ ਗੱਲਬਾਤ ਹੋਵੇ, ਉਹ ਜੇ ਮੰਨ ਕੇ ਚੱਲੀਏ। ਇੱਕ ਖਾਸ ਕਰਕੇ ਜਿਹੜੀਆਂ ਦੋ ਗੱਲਾਂ ਮੈਂ ਕਹਿਣੀਆਂ ਚਾਹੁੰਦਾ ਉਹ ਇਹ ਹੈ, ਜਿਹੜੀਆਂ ਪ੍ਰਾਈਵੇਟ ਪਾਰਟੀਆਂ ਹੁਣ ਹੋਣੀਆਂ ਸ਼ੁਰੂ ਹੋਈਆਂ, ਉਹਦੇ 'ਚ ਅਸੀਂ ਕਈ ਵਾਰੀ ਇਹ ਕਹਿੰਦੇ ਵੀ ਆਪਣੇ ਨਾਲ ਕੀ ਫਰਕ ਪੈਂਦਾ, ਕੋਈ ਫਰਕ ਨਹੀਂ ਪੈਣ ਵਾਲਾ। ਉਹ ਬਹੁਤ ਮਾੜੀ ਗੱਲ ਹੈ। ਪ੍ਰਾਈਵੇਟ ਪਾਰਟੀਆਂ ਦੇ ਵਿੱਚੋਂ ਹੀ ਜਿਹੜੇ ਹੁਣ ਵੱਡੀ ਗਿਣਤੀ ਜਿਹੜੇ ਕੇਸ ਉਹ ਆ ਰਹੇ ਆ। ਇਸ ਕਰਕੇ ਪ੍ਰਾਈਵੇਟ ਪਾਰਟੀਆਂ ਨੂੰ ਸਾਨੂੰ ਬੜੀ ਸਾਵਧਾਨੀ ਦੇ ਨਾਲ ਰੂਲਾਂ ਮੁਤਾਬਕ ਹੀ ਕਰਨਾ ਚਾਹੀਦਾ ਹੈ। ਤੇ ਨੌਜਵਾਨਾਂ ਨੂੰ ਮੇਰੀ ਬੇਨਤੀ ਇਹ ਹੈਗੀ ਹੈ ਕਿ ਠੀਕ ਹੈ, ਤੁਹਾਨੂੰ ਜਿਹੜਾ COVID-19 ਹੁੰਦਾ ਤੁਹਾਨੂੰ ਨੁਕਸਾਨ ਨਹੀਂ ਕਰਦਾ, ਪਰ ਤੁਸੀਂ ਆਪਣੇ ਮਾਂ-ਬਾਪ, ਤੁਸੀਂ ਆਪਣੇ ਦਾਦਾ-ਦਾਦੀ ਨੂੰ ਇੱਥੋਂ ਤੱਕ ਨੁਕਸਾਨ ਪਹੁੰਚਾ ਸਕਦੇ ਆ ਕਿ ਉਹਨਾਂ ਦੀ ਜ਼ਿੰਦਗੀ ਦਾ ਖਤਰਾ ਹੋ ਸਕਦਾ। ਇਸ ਕਰਕੇ ਤੁਹਾਨੂੰ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ ਕਿ ਤੁਸੀਂ ਵੀ ਸਾਵਧਾਨੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਵਰਤੋਂ, ਤਾਂ ਕਿ ਅਸੀਂ BC ਦੇ ਵਿੱਚ COVID-19 ਦੀ ਕਰਵ ਇੱਕ ਵਾਰੀ ਫੇਰ ਫਲੈਟ ਕਰਕੇ ਅਗਲੇ ਸਟੈਪ ਤੇ ਅਸੀਂ ਜਾ ਸਕਦੇ ਹਾਂ। ਜੀ, ਥੈਂਕ ਯੂ ਮਿਸਟਰ ਬਰਾੜ, ਤੁਸੀਂ ਇੰਨੀ ਇਨਫੋਰਮੇਸ਼ਨ ਸਾਡੇ ਨਾਲ ਸਾਂਝੀ ਕੀਤੀ ਕਿ BC ਸਰਕਾਰ ਕੀ ਕੁਝ ਕਰ ਰਹੀ ਹੈਗੀ ਹੈ। ਧੰਨਵਾਦ ਤੁਹਾਡਾ, ਤੁਸੀਂ ਹਰ ਹਫਤੇ ਸਾਨੂੰ ਇਸ ਤਰ੍ਹਾਂ ਇਨਫੋਰਮੇਸ਼ਨ ਦਿੰਦੇ ਹੋ। ਥੈਂਕ ਯੂ ਵਾਂਸ ਅਗੇਨ। ਤੁਹਾਡੇ ਦਰਸ਼ਕਾਂ ਦਾ ਜੀ ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਸ਼ੁਕਰੀਆ। ਬਿਲਕੁਲ, ਗੱਲਬਾਤ ਹੋਈ ਅੱਜ ਮਿਸਟਰ ਜਗਰੂ ਬਰਾੜ ਦੇ ਨਾਲ, ਜਿਨ੍ਹਾਂ ਨੇ ਦੱਸਿਆ ਕਿ BC ਦੇ ਵਿੱਚ ਕੀ ਕੁਝ ਹੋ ਰਿਹਾ ਹੈ। ਡਾਕਟਰ ਬੋਨੀ ਹੈਨਰੀ ਤੇ ਏਡਰੀਅਨ ਡਿਕਸ ਦੇ ਵੱਲੋਂ ਸਾਨੂੰ ਜਿਹੜੀ ਮਾਡਲਿੰਗ ਦਿੱਤੀ ਗਈ ਸੀਗੀ ਉਸ ਦੇ ਬਾਰੇ ਦੱਸਿਆ, ਤਫਸੀਲ ਦੇ ਵਿੱਚ ਦੱਸਿਆ ਕਿ ਕੀ ਕੁਝ ਹੋ ਰਿਹਾ, ਸਾਨੂੰ ਕੀ ਕੁਝ ਕਰਨਾ ਚਾਹੀਦਾ, ਸਾਨੂੰ ਗਾਈਡਲਾਈਨਸ ਨੂੰ ਫੋਲੋ ਕਰਨਾ ਚਾਹੀਦਾ। ਕਿਉਂਕਿ ਜਿਹੜੇ ਬਾਰਡਰ ਨੇ ਉਹ ਵੀ ਮੈਂ ਤੁਹਾਨੂੰ ਇੱਥੇ ਦੱਸ ਦੇਵਾਂ ਕਿ ਸਤੰਬਰ 21 ਤੱਕ ਉਹ ਵੀ ਬੰਦ ਕਰ ਦਿੱਤੇ ਗਏ ਨੇ, ਤੇ ਹਰੇਕ ਮਹੀਨੇ ਜਿਹੜੀ ਹੈ ਬਾਰਡਰ ਕਲੋਜ਼ਰ ਦੀ ਸਾਨੂੰ ਦੱਸਿਆ ਜਾਂਦਾ ਕਿ ਕਿੰਨੇ ਸਮੇਂ ਦੇ ਲਈ ਕੀਤਾ ਜਾ ਰਿਹਾ ਹੈਗਾ ਹੈ। ਤੇ ਨਾਲ ਹੁਣ ਜਿਹੜੇ ਕੇਸ ਹੈ ਜੇ ਉਹ ਤਾਂ ਹੀ ਰੁਕ ਸਕਦੇ ਆ ਜੇ ਅਸੀਂ ਗਾਈਡਲਾਈਨਸ ਨੂੰ ਫੋਲੋ ਕਰਦੇ ਰਵਾਂਗੇ। ਸੋ ਕੀਪ ਫੋਲੋਇੰਗ ਦ ਗਾਈਡਲਾਈਨਸ ਤੇ ਨਾਲ ਦੇਖਦੇ ਰਹੋ ਸਾਂਝਾ TV। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।